ਜਲੰਧਰ ਤੋਂ MP ਚੌਧਰੀ ਸੰਤੋਖ ਸਿੰਘ ਕੱਲ ਅਪਰਾ ਵਿਖੇ ਆਉਂਦੇ ਆ। ਅਪਰਾ ਵਿਖੇ ਆਉਣ ਤੇ ਦੋ ਹੀ ਗੱਲਾਂ ਤੇ ਜ਼ੋਰ ਦਿੱਤਾ ਜਾਂਦਾ ਹੈ। ਪਹਿਲੀ ਗੱਲ ਕਿ ਜੋ ਨਵ ਨਿਯੁਕਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਨੇ ਸਰਦਾਰ ਨਵਜੋਤ ਸਿੰਘ ਸਿੱਧੂ, ਉਹਨਾਂ ਦੇ ਹਲਕੇ ਦੇ ਵਿੱਚ ਵਧਾਈਆਂ ਦੇ ਕੋਈ ਪੋਸਟਰ ਨਹੀਂ ਲੱਗਣੇ ਚਾਹੀਦੇ। ਚਲੋ ਇਹ ਉਹਨਾਂ ਦਾ ਆਪਸੀ ਮਾਮਲਾ ਹੈ, ਉਹ ਕਿਵੇਂ ਸੋਚਦੇ ਆ ਇਹ ਉਹਨਾਂ ਦੀ ਆਪਣੀ ਸੋਚ ਹੈ। ਦੂਜੀ ਗੱਲ ਜਿਹੜੀ ਉਹ ਕਰਦੇ ਆ ਕਿ ਮੇਰੇ ਨੋਨੇ ਪੁੱਤ ਦੇ ਖਿਲਾਫ ਹਲਕੇ ਦੇ ਵਿੱਚ ਪੋਸਟਰ ਲੱਗ ਗਏ ਕਿ ਉਹ ਰੇਤ ਮਾਫੀਆ ਨਾਲ ਸਰਪ੍ਰਸਤੀ ਕਰ ਰਹੇ ਆ, ਰਲੇ ਹੋਏ ਆ। ਅਸੀਂ ਤਾਂ ਪੋਸਟਰ ਰੇਤ ਮਾਫੀਆ ਦੇ ਖਿਲਾਫ ਮੈਂ ਜ਼ਰੂਰ ਲਾਏ, ਸਾਰੇ ਹਲਕੇ ਦੇ ਵਿੱਚ ਲਾਏ, ਕਿਉਂਕਿ ਲੋਕਾਂ ਦੀ ਆਵਾਜ਼ ਹੈ। ਲੋਕ ਜਾਣਦੇ ਆ ਵੀ ਰੇਤ ਮਾਫੀਆ ਫਲੌਰ ਹਲਕੇ ਨੂੰ ਬੁਰੀ ਤਰ੍ਹਾਂ ਲੁੱਟ ਰਿਹਾ ਤੇ ਪੰਜਾਬ ਦੇ ਖਜ਼ਾਨੇ ਦਾ ਬਹੁਤ ਵੱਡਾ ਪੈਸਾ ਆਪਣੀਆਂ ਨਿੱਜੀ ਜੇਬਾਂ ਦੇ ਵਿੱਚ ਪਾ ਰਿਹਾ। ਚੌਧਰੀ ਸਾਹਿਬ ਉਹਨਾਂ ਘਰਾਂ ਵਿੱਚ ਜਾਂਦੇ ਆ ਜਿੱਥੇ ਉਹਨਾਂ ਦੇ ਨੋਨੇ ਪੁੱਤ ਨੇ ਸਾਰੇ ਹੀ ਵਰਕਰਾਂ ਨੂੰ ਦਬਕੇ ਮਾਰ ਕੇ ਰਸਾਇਆ ਹੋਇਆ ਤੇ ਉਹਨਾਂ ਵਿਹੜਿਆਂ ਦੇ ਵਿੱਚ ਜਾ ਕੇ ਕੱਲ ਸਾਰੇ ਵਿਹੜੇ ਨੀਵੇਂ ਕਰ ਦਿੱਤੇ। ਕੋਸ਼ਿਸ਼ ਕਰਦੇ ਆ ਉਹਨਾਂ ਵਰਕਰਾਂ ਨੂੰ, ਉਹਨਾਂ ਸਾਥੀਆਂ ਨੂੰ ਮਨਾਉਣ ਦੀ, ਪਰ ਗੱਲ ਨਾਲ ਇੱਕੋ ਤੇ ਜ਼ੋਰ ਦਿੰਦੇ ਆ ਵੀ ਇਹ ਦਮਨ ਫਲੌਰ ਦਾ ਕੀ ਕਰਨਾ, ਇਹਨੇ ਨੋਨੇ ਪੁੱਤ ਦੇ ਖਿਲਾਫ ਪੋਸਟਰ ਬੜੇ ਲਾਏ ਹੋਏ ਆ। ਬੜੇ ਬੰਦਿਆਂ ਨਾਲ ਗੱਲ ਕੀਤੀ ਵੀ ਇਹ ਪੋਸਟਰ ਆਪਾਂ ਲਵਾ ਦਈਏ, ਇਹਨਾਂ ਦਾ ਕੋਈ ਇੰਤਜ਼ਾਮ ਕਰੋ, ਪਰ ਸ਼ਹਿਰ ਅਪਰਾ ਦੇ ਬੜੇ ਨਫੀਸ ਆਦਮੀ ਸਾਡੇ ਪੁਰਾਣੇ ਤਾਲੁਕਾਤ ਹੈ, ਕਿਉਂਕਿ ਅਸੀਂ ਤਾਂ ਫਲੌਰ ਹਲਕੇ ਦੇ ਜੱਦੀ ਵਾਸੀ ਹਾਂ। ਸਾਡਾ ਰਹਿਣਾ ਜੀਣਾ ਮਰਨਾ ਇਸੇ ਹਲਕੇ ਨਾਲ ਸੰਬੰਧਿਤ ਹੈ, ਸਾਡਾ ਪਿੰਡ ਵੀ ਇਸੇ ਹਲਕੇ ਦੇ ਵਿੱਚ ਹੈ। ਹਾਲਾਂਕਿ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਚੌਧਰੀ ਸਾਹਿਬ 1992 ਜਾਂ 96 ਦੇ ਵਿੱਚ ਬਾਹਰੋਂ ਭੇਜੇ ਗਏ। ਖੈਰ ਉਹ ਬਾਅਦ ਦੀਆਂ ਗੱਲਾਂ ਵੀ ਕਾਂਗਰਸ ਕੋਲੇ ਫਲੌਰ ਹਲਕੇ ਦੇ ਵਿੱਚ ਹਜੇ ਤੱਕ ਕੋਈ ਜੱਦੀ ਕੈਂਡੀਡੇਟ ਹੀ ਨਹੀਂ ਸੀ, ਸੋ ਇਹਨਾਂ ਨੂੰ ਬਾਹਰੋਂ ਭੇਜਿਆ ਗਿਆ ਤੇ ਇਹਨਾਂ ਨੇ ਕੰਮ ਵੀ ਉਸੇ ਤਰ੍ਹਾਂ ਦਾ ਕੀਤਾ ਜਿਵੇਂ ਭਾਰਤ ਨੂੰ ਲੁੱਟਣ ਵਾਸਤੇ ਅਬਦਾਲੀ ਬਾਹਰੋਂ ਆਇਆ ਕਰਦੇ ਸਨ। ਸੋ ਅੱਜ ਬੱਚਾ ਫਲੌਰ ਦਾ ਜਾਣਦਾ ਹੈ ਕਿ ਜੋ ਫਲੌਰ ਹਲਕੇ ਦੇ ਵਿੱਚ ਕਿਸ ਤਰ੍ਹਾਂ ਦੇ ਮਾਫੀਆ ਨਾਲ ਫਲੌਰ ਹਲਕੇ ਨੂੰ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਸਾਡੇ ਕੋਲੇ ਵੀ ਬਹੁਤ ਸਾਰੇ ਸਬੂਤ ਮੌਜੂਦ ਨੇ। ਅਸੀਂ ਵੀ 4.5 ਪੌਣੇ 5 ਸਾਲ ਤੋਂ ਇਹੀ ਕੋਸ਼ਿਸ਼ ਕਰ ਰਹੇ ਹਾਂ, ਦੇਖ ਰਹੇ ਹਾਂ ਵੀ ਕੀ ਕਰਦੇ ਆ ਤੇ ਉਹਨਾਂ ਸਾਰੀਆਂ ਚੀਜ਼ਾਂ ਦਾ ਸਬੂਤ ਇਕੱਠਾ ਕਰ ਰਹੇ ਹਾਂ। ਚੌਧਰੀ ਸਾਹਿਬ, ਪਹਿਲੀ ਗੱਲ ਤਾਂ ਤੁਸੀਂ ਉਹ ਮੇਰੇ ਪੋਸਟਰਾਂ ਤੇ ਕੱਲ ਕੋਈ ਇੱਕ ਅੱਧਾ ਬੰਦਾ ਸ਼ਾਇਦ, ਚਲੋ ਮੇਰੀ ਨਿਗਾਹ 'ਚ ਵੀ ਹੈ ਕੌਣ ਹੈ, ਉਹ ਮਨਾ ਲਿਆ ਵੀ ਰਾਤ ਨੂੰ ਇਹਨਾਂ ਦੇ ਪੋਸਟਰਾਂ ਤੇ ਲਿਖਾ ਦਿਓ ਭੋਲੇ ਨਾਲ ਯਾਰੀ ਤੇ ਚਿੱਟੇ ਦਾ ਵਪਾਰੀ। ਕੋਈ ਗੱਲ ਨਹੀਂ, ਐਸੀ ਗੱਲ ਨਹੀਂ। ਮੈਂ ਤਾਂ ਇਹ ਆਖਾਂਗਾ ਕਿ ਉਹ ਲਿਖਾਉਣਾ ਕਿਉਂ ਸੀ ਸਕੈਚ ਪੈਨ। ਜਿਵੇਂ ਮੈਂ ਆਪਣੀ ਫੋਟੋ ਲਾ ਕੇ ਰੇਤ ਦਾ ਵਪਾਰੀ ਦੇ ਖਿਲਾਫ ਗੱਲ ਕੀਤੀ ਹੈ, ਤੁਸੀਂ ਵੀ ਆਪਣੀ ਫੋਟੋ ਲਾ ਕੇ ਲਾਓ। ਵੱਡੇ ਪੋਸਟਰ ਲਾਉਣੇ ਚਾਹੀਦੇ ਆ, ਇਹਦੇ 'ਚ ਕੋਈ ਵੱਡੀ ਗੱਲ ਨਹੀਂ, ਕਿਉਂਕਿ ਜਿਹੜੀ ਗੱਲ ਹੈ ਉਹ ਲੁਕ ਛਿਪ ਕੇ ਨਹੀਂ ਹੋਣੀ ਚਾਹੀਦੀ। ਜਿਵੇਂ ਅਸੀਂ ਕੀਤੀ ਹੈ, ਗੱਲ ਖੁੱਲ੍ਹੀ ਕੀਤੀ ਹੈ, ਅਸੀਂ ਨਾਂ ਨਹੀਂ ਸੀ ਲਿਖਿਆ ਕਿਸੇ ਦਾ, ਪਰ ਉਹ ਆਖਦੇ ਨਾ ਚੋਰ ਕੀ ਦਾੜੀ ਮੇ ਤਿਨਕਾ, ਉਹ ਆਪਣੇ ਆਪ ਹੀ ਗੱਲ ਜਿਹੜੀ ਹੈ ਉਹ ਨਿਕਲ ਕੇ ਆ ਗਈ। ਦੂਜੀ ਗੱਲ ਜਿਹੜੀ ਤੁਸੀਂ ਇਹ ਗੱਲ ਲਿਖਾਈ ਹੈ, ਪੇਸ਼ੇ ਵਜੋਂ ਤੁਸੀਂ ਵਕੀਲ ਹੋ, ਵਕਾਲਤ ਦੀ ਪੜ੍ਹਾਈ ਕੀਤੀ ਹੈ ਤੇ ਵਕਾਲਤ ਨੂੰ ਦੇਸ਼ ਦੇ ਕਨਸਟੀਟਿਊਸ਼ਨ ਨੂੰ ਸ਼ਾਇਦ ਮੇਰੇ ਨਾਲੋਂ ਜ਼ਿਆਦਾ ਸਮਝਦੇ ਵੀ ਹੋਵੋਗੇ, ਪਰ ਜਿਹੜੇ ਤੁਸੀਂ ਇਹ ਪੋਸਟਰਾਂ ਦੇ ਉੱਤੇ ਲਿਖਾਇਆ ਇਹਦਾ ਕੋਈ ਸਬੂਤ ਜੇ ਹੋਵੇ ਤੇ ਜ਼ਰੂਰ ਪੇਸ਼ ਕਰ ਦੇਣਾ ਚਾਹੀਦਾ ਲੋਕਾਂ ਦੀ ਕਚਹਿਰੀ ਦੇ ਵਿੱਚ। ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਅਸੀਂ ਪੋਸਟਰ ਲਾਏ ਆ ਉਹਨਾਂ ਦੇ ਸਬੂਤ ਬਕਾਇਦਾ ਜ਼ਰੂਰ ਪੇਸ਼ ਕਰਾਂਗੇ। ਗੱਲ ਜੇ ਮੈਂ ਪਿਛਲੀ ਝਾਤ ਮਾਰਾਂ, ਜਿਹੜੀ ਤੁਸੀਂ ਗੱਲ ਲਿਖੀ ਹੈ ਭੋਲੇ ਨਾਲ ਯਾਰੀ ਵਾਲੀ, ਮੈਂ ਇਹ ਗੱਲ ਤੁਹਾਨੂੰ ਜ਼ਰੂਰ ਦਰੁਸਤ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਪੇਸ਼ੇ ਵਜੋਂ ਵਕੀਲ ਹੈ। ਕੋਈ ਆਮ ਲੋਕ ਆਖਦੇ ਤਾਂ ਸ਼ਾਇਦ ਕੋਈ ਗੱਲ ਹੋਣੀ ਸੀ, ਵਕੀਲ ਆਦਮੀ ਜ਼ਿਆਦਾ ਗੱਲ ਸਮਝਦਾ ਹੈ ਵੀ ਸਾਡੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੀ
ਮੇਰੇ ਉੱਤੇ ਕੋਈ FIR ਨਹੀਂ ਦਰਜ ਕੋਈ ਪੁਲਿਸ ਦੇ ਵਿੱਚ, ਕੋਈ NDPS ਦੀ ਅੱਜ ਤੱਕ ਕਿਸੇ ਵੀ ਕੇਸ ਦੇ ਵਿੱਚ, ਕਿਸੇ ਵੀ ਪ੍ਰਾਣੀ ਦੀ ਇਸ ਕੇਸ ਦੇ ਵਿੱਚ ਕਿਸੇ ਅਕਿਊਜ਼ਡ ਦੀ ਜਦੋਂ ਇੰਟੈਰੋਗੇਸ਼ਨ ਹੁੰਦੀ ਹੈ ਪੁਲਿਸ ਦੇ ਵਿੱਚ, ਸਭ ਤੋਂ ਪਹਿਲਾਂ ਗੱਲਾਂ ਉੱਥੇ ਨਿਕਲ ਕੇ ਆਉਂਦੀਆਂ ਤੇ ਕਿਤੇ ਨਾ ਮੇਰਾ ਕੋਈ ਜ਼ਿਕਰ ਹੈ ਤੇ ਨਾ ਮੇਰੇ ਖਿਲਾਫ ਕੋਈ FIR ਹੈ। ਹਾਂ, ਉਸ ਤੋਂ ਬਾਅਦ ਅਸੀਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕਹਿਣ ਤੇ, ਜੋ ਮਾਨਯੋਗ CM ਨੇ, ਉਹਨਾਂ ਦੇ ਕਹਿਣ ਤੇ ਕਾਂਗਰਸ ਜੁਆਇਨ ਕਰਦੇ ਹਾਂ 2016 ਦੇ ਵਿੱਚ। ਤੇ 17 ਦੇ ਵਿੱਚ ਜਦੋਂ ਅਸੀਂ ਕਾਂਗਰਸ ਜੁਆਇਨ ਕਰ ਲੈਂਦੇ ਹਾਂ ਤਾਂ 17 ਦੇ ਵਿੱਚ ED ਸਾਡੇ ਖਿਲਾਫ ਜਿਹੜਾ ਕੇਸ ਰਜਿਸਟਰ ਕਰਦੀ ਹੈ, ਜਿਹਦੀ ਕਿ ਇਨਕੁਆਰੀ 2014 ਤੋਂ ਚੱਲ ਰਹੀ ਸੀ। 2014 ਤੋਂ ਚੱਲਦੀ ਇਨਕੁਆਰੀ ਦਾ ਕੇਸ, ਸਾਡੇ ਕੋਲੇ ਜਾਇਦਾਦ ਜਿਹੜੀ ਹੈ ਉਹ ਕਿੰਨੀ ਕੁ ਹੈ ਇਹ ਵੀ ਤੁਸੀਂ ਕਾਗਜ਼ਾਂ 'ਚ ਦੇਖ ਲਿਓ। ਤੇ ਉਹਦੀ 5 ਸਾਲ ਬਾਅਦ ਜਾ ਕੇ ਕੇਸ ਰਜਿਸਟਰ ਹੁੰਦਾ ਹੈ ED ਦੇ ਮੁਤਾਬਕ। ਤੇ ਕੇਸ 'ਚ ਕੀ ਆਉਂਦਾ ਕਿ ਜੋ ਗਾਬਾ ਦੀ ਡੈਰੀ ਹੈ ਉਹਦੇ ਵਿੱਚ ਇਲੈਕਸ਼ਨ ਫੰਡ ਲਿਖਿਆ ਹੋਇਆ 2 ਲੱਖ ਰੁਪਈਆ, ਤੇ ਇਹ ਪ੍ਰੋਸੀਡਸ ਆਫ ਕ੍ਰਾਈਮ ਹੈ। ਇਹਦੇ ਨਾਲ ਕੇਸ ਸਾਡੇ ਤੇ ਬਣਾ ਕੇ ਦਰਜ ਕੀਤਾ ਜਾਂਦਾ। ਚਲੋ ਖੈਰ, ਉਹ ਸਾਰੀਆਂ ਗੱਲਾਂ ਸਾਨੂੰ ਵੀ ਸਮਝ ਹੈ ਉਹ ਕਿਹਦੇ ਕਹਿਣ ਤੇ ਹੋਇਆ ਤੇ ਉਹਦੇ ਪਿੱਛੇ ਕਿਹਨੇ ਤਰਲੇ ਮਾਰੇ ਜਾ ਕੇ ਦਿੱਲੀ ਦੇ ਵਿੱਚ, ਤੇ ਕਿਸ ਤਰ੍ਹਾਂ ਇਹ ਸਾਰਾ ਐਪੀਸੋਡ ਹੋਇਆ, ਉਹ ਲੋਕ ਵੀ ਜਾਣਦੇ, ਪੰਜਾਬ ਦੇ ਫਲੋਰ ਦੇ ਲੋਕ ਵੀ ਜਾਣਦੇ ਆ ਤੇ ਅਸੀਂ ਵੀ ਜਾਣਦੇ ਹਾਂ। ਤੇ ਸਭ ਤੋਂ ਵੱਡੀ ਗੱਲ, ਉਸੇ ਡੈਰੀ ਦੇ ਵਿੱਚ ਚੌਧਰੀ ਸਾਹਿਬ ਤੁਹਾਡਾ ਵੀ ਨਾਮ ਸੀ। 1 ਲੱਖ ਰੁਪਈਆ ਇਲੈਕਸ਼ਨ ਫੰਡ ਚੌਧਰੀ ਸੰਤੋਖ ਸਿੰਘ ਹੋਰਾਂ ਨੂੰ ਦਿੱਤਾ ਗਿਆ ਸੀ ਉਸੇ ਡੈਰੀ ਦੇ ਵਿੱਚ। ਸੋ ਮੈਂ ਹੁਣ ਗੱਲ ਇੱਥੇ ਲੈ ਕੇ ਆਵਾਂਗਾ ਕਿ ਤੁਸੀਂ ਸੱਚੇ ਮਨ ਨਾਲ ਦੱਸ ਦਿਓ ਵੀ ਤੁਸੀਂ ਇਸ ਕੇਸ 'ਚ, ਇਸ ਡੈਰੀ 'ਚੋਂ ਬਚਣ ਲਈ ਜਦੋਂ ਇੱਕ ਤੇ ਕਾਰਵਾਈ ਹੋ ਗਈ, ਸਾਡੇ ਤੇ ਕਾਰਵਾਈ ਹੋ ਗਈ, ਕੀ ਬਿਕਰਮ ਮਜੀਠੀਆ ਦੇ ਗੋਡੇ ਨਹੀਂ ਫੜੇ? ਕਿਉਂਕਿ ਬਿਕਰਮ ਮਜੀਠੀਆ ਨਿਰੰਜਨ ਸਿੰਘ ਹੋਰਾਂ ਨਾਲ ਸੈਟਿੰਗ ਕਰੀ ਬੈਠਾ ਸੀ ਕਿਸੇ ਇੱਕ ਸ਼ਖਸ ਦੇ ਥਰੂ। ਨਿਰੰਜਨ ਸਿੰਘ ਹੋਰਾਂ ਦੀ ਸਾਰੀ ਬੇਟੀ ਦਾ ਵਿਆਹ ਦਾ ਖਰਚਾ ਉਹਨੇ ਕੀਤਾ ਸੀ, ਕੋਈ 5-4 ਕਰੋੜ ਰੁਪਈਆ ਜਿਹੜਾ ਆਇਆ ਸੀ। ਇਸੇ ਤੇ ਨਿਰੰਜਨ ਦੀ ਇਨਕੁਆਰੀ ਵੀ ਖੁੱਲ੍ਹੀ ਹੋਈ ਹੈ। ਸੋ ਕੀ ਤੁਸੀਂ ਸੱਚੇ ਮਨ ਨਾਲ ਦੱਸ ਦਿਓ, ਕਿਸੇ ਵੀ ਇਸ਼ਟ ਦੀ ਜਿਹਨੂੰ ਤੁਸੀਂ ਮੰਨਦੇ ਹੋ ਉਹਦੀ ਸਹੁੰ ਖਾ ਕੇ ਇਹ ਗੱਲ ਦੱਸ ਦਿਓ ਵੀ ਤੁਸੀਂ ਉਸ ਡੈਰੀ 'ਚੋਂ ਜਾਂ ED ਤੋਂ ਨਾਮ ਬਚਾਉਣ ਲਈ ਬਿਕਰਮ ਮਜੀਠੀਆ ਦੇ ਗੋਡੇ ਨਹੀਂ ਫੜੇ। ਤੇ ਸਬੂਤ ਵਜੋਂ ਇੱਕ ਕਾਂਗਰਸ ਦਾ ਜੋ ਇਸ ਵੇਲੇ ਨੇਤਾ ਵੱਡੀ ਚੇਅਰਮੈਨੀ ਤੇ ਵੀ ਬਿਰਾਜਮਾਨ ਹੈ ਜਲੰਧਰ ਦਾ, ਉਹ ਵੀ ਵਿੱਚ ਸੀ। ਇਸ ਗੱਲ ਤੋਂ ਤੁਸੀਂ ਜੇ ਪਬਲਿਕਲੀ ਮੁਨਕਰ ਹੋ ਜਾਓ ਤਾਂ ਬਹੁਤ ਵੱਡੀ ਗੱਲ ਹੈ ਮੇਰੇ ਵਾਸਤੇ ਤੇ ਲੋਕਾਂ ਵਾਸਤੇ। ਦੂਜੀ ਗੱਲ, ਤੁਸਾਂ ਇੱਥੇ ਹੀ ਨਹੀਂ, ਮੈਨੂੰ ਉਹ ਵੀ ਯਾਦ ਹੈ ਕਿ ਤੁਸਾਂ ਜਦੋਂ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਣੀ ਸੀ ਦਿੱਲੀ ਦੇ ਵਿੱਚ, ਤਾਂ ਬਿਕਰਮ ਮਜੀਠੀਏ ਦੇ ਨਾਲ ਰਲ ਕੇ ਤੁਸਾਂ ਸਾਡੇ ਖਿਲਾਫ ਪੋਸਟਰ ਲਗਾਏ ਸੀ। ਇਸ ਗੱਲ ਤੋਂ ਵੀ ਤੁਸਾਂ ਮੁਨਕਰ ਨਹੀਂ ਹੋ ਸਕਦੇ। ਤੇ ਅੱਜ ਜਦੋਂ ਹਜੇ ਤਾਂ ਤੁਹਾਡਾ ਨਾਂ ਹੀ ਨਹੀਂ ਸੀ ਲਿਖਿਆ, ਹਜੇ ਨੋਨੇ ਪੁੱਤ ਦਾ ਨਾਂ ਹੀ ਨਹੀਂ ਸੀ ਲਿਖਿਆ, ਤੇ ਇੰਨੀ ਜਲਦੀ ਪਸੀਨਾ ਆ ਗਿਆ। ਹਜੇ ਤਾਂ ਬਹੁਤ ਕੁਝ ਆਉਣ ਵਾਲਾ ਹੈ, ਹਜੇ ਤਾਂ ਬਹੁਤ ਕੁਝ ਆਉਣ ਵਾਲਾ ਹੈ। ਤਾਂ ਹਜੇ ਪਹਿਲਾ ਪਰਚਾ ਕੱਢਿਆ, ਹਜੇ ਪਰਚੇ ਹੋਰ ਛਪਣੇ ਆ ਜਦੋਂ ਟਾਈਮ ਆਉਣਾ। ਸਾਡੇ ਕੋਲ ਇੱਕ ਗੱਲ ਦਾ ਸਬੂਤ ਹੈ, ਤੁਸੀਂ ਜੋ ਕਾਲੇ ਕਾਰਨਾਮੇ ਕੀਤੇ ਆ 4.5 ਪੌਣੇ 5 ਸਾਲਾਂ ਵਿੱਚ, ਕਿੰਨਾ ਕ੍ਰਾਈਮਾਂ ਦੇ ਵਿੱਚ ਹੱਥ ਸੀ, ਕਿੱਥੋਂ ਪੈਸੇ ਆਏ ਆ, ਐਵੀਡੈਂਸ ਬਹੁਤ ਨੇ। ਤੇ ਐਵੀਡੈਂਸ ਦੀ ਵੈਲਿਊ ਤੁਸੀਂ ਖੁਦ ਸਮਝਦੇ ਹੋ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕਿਤੇ ਵਕਤ ਆਏਗਾ ਤਾਂ ਉਹ ਵੀ ਪੋਸਟਰ ਵੱਡੇ ਕਰਕੇ ਲਾਵਾਂਗੇ। ਤੇ ਮੇਰੇ ਵੱਲੋਂ ਤੁਹਾਨੂੰ ਖੁੱਲ੍ਹੀ ਛੁੱਟੀ ਹੈ ਵੀ ਤੁਸੀਂ ਸਾਡੇ ਵੀ ਜਿਹੜੇ ਕੋਈ ਪੋਸਟਰ ਹੈ, ਕੋਈ ਐਵੀਡੈਂਸ ਹੈ, ਖੁੱਲ੍ਹ ਕੇ ਆਪਣੀ ਫੋਟੋ ਲਾ ਕੇ ਲਾਓ। ਇੱਦਾਂ ਨਾ ਲਾਓ ਵੀ ਐਵੇਂ ਚੋਰੀ ਛੁਪੇ ਕਿਸੇ ਤੋਂ ਸਕੈਚ ਪੈਨ ਇਹ 'ਤੇ ਲਿਖਾ ਕੇ ਲਵਾ ਦੇਣਾ, ਇਹਦੇ ਨਾਲ ਕੋਈ ਗੱਲ ਨਹੀਂ ਬਣਦੀ। ਦੂਸਰੀ ਸਭ ਤੋਂ ਵੱਡੀ ਗੱਲ, ਚੌਧਰੀ ਸੰਤੋਖ ਸਿੰਘ ਜੀ, ਮਾफ़ ਕਰਨਾ ਮੈਂ ਉਮਰ 'ਚ ਤਾਂ ਬਹੁਤ ਛੋਟਾ ਹੈ, ਪਰ ਜੋ ਹਰਕਤ ਕੀਤੀ ਹੈ ਮੈਨੂੰ ਕਹਿਣਾ ਪੈ ਰਿਹਾ। ਤੁਹਾਡੀ ਸ਼ਾਨ ਦੇ ਖਿਲਾਫ ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਤੁਸੀਂ ਮੇਰੇ ਤੋਂ ਉਮਰ 'ਚ ਬਹੁਤ ਵੱਡੇ ਹੋ, ਪਰ ਮੈਂ ਤੁਹਾਨੂੰ ਖੁੱਲ੍ਹਾ ਚੈਲੰਜ ਕਰਦਾ ਕਿ ਆਓ ਆਪਾਂ ਦਰਬਾਰ ਸਾਹਿਬ ਚਲੀਏ, ਪਰਿਵਾਰਾਂ ਨੂੰ ਵੀ ਨਾਲ ਲੈ ਲੈਂਦੇ ਹਾਂ। ਖੁੱਲ੍ਹਾ ਚੈਲੰਜ ਹੈ, ਓਪਨ। ਤਰੀਕ ਤੁਸੀਂ ਦੱਸ ਦਿਓ ਕਿ ਨੋਨਾ ਪੁੱਤ 2 ਲੱਖ ਰੁਪਈਆ ਡੇਲੀ, 2 ਲੱਖ ਰੁਪਈਆ ਡੇਲੀ ਰੇਤ ਮਾਫੀਆ ਤੋਂ ਨਹੀਂ ਲੈ ਰਿਹਾ। ਚਲੋ ਆ ਜਾਓ ਸਹੁੰ ਖਾਈਏ। ਤੇ ਅਸੀਂ ਵੀ ਸਹੁੰ ਖਾਂਦੇ ਹਾਂ ਚੱਲ ਕੇ ਬਈ ਅਸੀਂ ਟਰੱਕ ਦੇ ਰੁਪਈਆ ਇੱਕ ਵੀ, ਜੇ ਸਾਡੇ ਕੋਲ ਇੱਕ ਨਵਾਂ ਪੈਸਾ ਵੀ ਆਇਆ ਹੋਵੇ, ਆਓ ਮੇਰੇ ਵੱਲੋਂ ਖੁੱਲ੍ਹਾ ਚੈਲੰਜ ਕਬੂਲੋ। ਚੌਧਰੀ ਸਾਹਿਬ, ਤੁਸੀਂ MP ਹੋ, ਲੋਕਾਂ ਦੇ ਨੁਮਾਇੰਦੇ ਹੋ,
ਆਓ ਆਪਾਂ ਚੱਲੀਏ ਜਿੱਥੇ ਤੁਸੀਂ ਇਸ਼ਟ ਨੂੰ ਜਿਹੜੇ ਨੂੰ ਮੰਨਦੇ ਹੋ ਉਸੇ ਤੇ ਚੱਲੀਏ ਤੇ ਪਰਿਵਾਰਾਂ ਨੂੰ ਲੈ ਕੇ ਚੱਲੀਏ। ਆਓ ਸਹੁੰ ਖਾਈਏ ਵੀ ਨੋਨਾ ਪੁੱਤ ਡੇਲੀ ਰੇਤੇ 'ਚੋਂ 2 ਲੱਖ ਨਹੀਂ ਲੈ ਰਿਹਾ। ਤੇ ਹਜੇ ਤਾਂ ਮੈਂ ਹੋਰ ਵੀ ਗੱਲਾਂ ਦੱਸਣੀਆਂ ਤੇ ਅਸੀਂ ਵੀ ਚੱਲਾਂਗੇ ਵੀ ਅਸੀਂ 1 ਰੁਪਈਆ ਜੇ ਡਰੱਗ ਦੇ ਕਿਸੇ ਕੰਮ ਦੇ ਵਿੱਚੋਂ ਲਿਆ ਹੋਵੇ। ਸੋ ਹੁਣ ਜਵਾਬ ਤੁਸਾਂ ਦੇਣਾ ਹੈ। ਬਾਕੀ ਜਿਹੜੀ ਲੜਾਈ ਹੈ ਉਹ ਕਵਚ ਦੇ ਪਿੱਛੇ ਰਹਿ ਕੇ ਕਿਸੇ ਕੰਧ ਦੇ ਓਲੇ ਲੁੱਕ ਕੇ ਨਹੀਂ ਲੜੀ ਜਾਂਦੀ ਹੁੰਦੀ। ਲੜਾਈਆਂ ਮੈਦਾਨ 'ਚ ਸ਼ਰੇਆਮ ਆ ਕੇ ਲੜੀਆਂ ਜਾਂਦੀਆਂ ਹੁੰਦੀਆਂ। ਸੋ ਇਹ ਸਿਆਸਤ ਦੀ ਲੜਾਈ ਹੈ। ਤੁਸੀਂ ਮੇਰੇ ਤੇ ਜ਼ੋਰ ਲਾਉਣ ਨਾਲੋਂ ਨੋਨੇ ਪੁੱਤ ਦੇ ਭਵਿੱਖ ਤੇ ਜ਼ਿਆਦਾ ਜ਼ੋਰ ਲਾਓ, ਕਿਉਂਕਿ ਉਹਨਾਂ ਨੇ ਜੋ 4.5 ਸਾਲ ਕੀਤਾ ਹੋਇਆ ਉਹਨਾਂ ਨੂੰ ਛੁਪਾਉਣ ਵਾਸਤੇ ਬਹੁਤ ਟਾਈਮ ਲੱਗਣਾ ਤੇ ਉਹ ਸੁਪਨੇ ਨਹੀਂ ਗਨਾ ਲੋਕ ਜਾਣਦੇ ਆ। ਤੇ ਇਹਨਾਂ ਗੱਲਾਂ ਨਾਲ ਕਿਸੇ ਤੇ ਇਲਜ਼ਾਮਬਾਜ਼ੀ ਕਰਕੇ, ਝੂਠੀ ਇਲਜ਼ਾਮਬਾਜ਼ੀ ਕਰਕੇ ਕੋਈ ਵੱਡਾ ਨਹੀਂ ਬਣ ਜਾਂਦਾ ਹੁੰਦਾ। ਹਾਂ, ਲੋਕ ਵੱਡਾ ਬਣਾਉਂਦੇ ਹੁੰਦੇ ਆ, ਲੋਕਾਂ ਦਾ ਰਾਜ ਹੈ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਆਖ ਦਿੰਦਾ ਵੀ ਇਹ ਜਿਹੜਾ ਰੇਤੇ ਦਾ 2 ਲੱਖ ਰੁਪਈਆ ਨੋਨਾ ਪੁੱਤ ਲੈ ਰਿਹਾ ਨਾ, ਇਹਦੇ ਖਿਲਾਫ FIR ਜ਼ਰੂਰ ਕਰਾ ਕੇ ਹਟਾਂਗੇ, ਚਾਹੇ ਕਿਸੇ ਵੀ ਹੱਦ ਤੱਕ ਜਾਣਾ ਪੈ ਜੇ। ਤੇ ਤੁਸਾਂ ਜ਼ੋਰ ਲਾ ਲਿਓ, ਜਿਹੜੀ ਆ ਭੋਲੇ ਵਾਲੀ ਗੱਲ ਲਿਖੀ ਹੈ ਤੇ ਸਾਡੇ ਖਿਲਾਫ FIR ਕਰਾ ਲਿਓ। ਤੁਸਾਂ ਜ਼ੋਰ ਲਾ ਲਿਓ, ਵੀ ਚੈਲੰਜ ਹੈ ਖੁੱਲ੍ਹਾ। ਇਹ ਨੋਨੇ ਪੁੱਤ ਦੇ ਖਿਲਾਫ ਜਿਹੜਾ ਇਹ ਪੈਸਾ ਲੈ ਰਿਹਾ, ਇਹਦੇ ਬੜੇ ਵੱਡੇ ਸਬੂਤ ਹੈ। ਹਜੇ ਤੱਕ ਗੱਲ ਬਹੁਤ ਦੂਰ ਤੱਕ ਜਾਣੀ ਹੈ। ਤੇ ਤੁਹਾਨੂੰ ਚੈਲੰਜ ਹੈ, ਇਹਦੇ ਖਿਲਾਫ FIR ਕਰਾ ਕੇ ਹਟਾਂਗੇ। ਪੰਜਾਬ ਦਾ ਜਿਹੜਾ ਲੁੱਟਿਆ ਹੋਇਆ ਪੈਸਾ ਹੈ ਉਹ ਦੁਬਾਰਾ, ਜੋ ਇਹ ਮਾਫੀਆ ਨਾਲ ਰਲ ਕੇ ਜਿਹਦੀ ਸਰਪ੍ਰਸਤੀ ਨੋਨਾ ਪੁੱਤ ਕਰ ਰਿਹਾ, ਉਹਦੇ ਖਿਲਾਫ ਜਿਹੜੀ ਸਰਪ੍ਰਸਤੀ ਹੈ ਉਹ ਪੈਸਾ ਜਿਹੜਾ ਆ ਪੰਜਾਬ ਦੇ ਖਾਤਿਆਂ 'ਚ ਲੈ ਕੇ ਆਵਾਂਗੇ, ਜਿਹਦੇ ਨਾਲ ਸਾਡੇ ਲੋਕਾਂ ਦੀਆਂ, ਕਿਉਂਕਿ ਇਹ ਪੈਸਾ ਪੰਜਾਬ ਦਾ, ਗਰੀਬ ਲੋਕਾਂ ਦੀਆਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਉਹ ਪੂਰੀਆਂ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ